हेलो स्टूडेंट्स, प्रोसैस कॉस्टिंग अज आप कंटिन्यू करांगे। पिछले लैक्चर दे विच आपां वर्क इन प्रोग्रैस दी अकाउंटिंग ट्रीटमेंट कर रहे सी। ਉਹਦੇ ਵਿੱਚ ਆਪਾਂ ਪਿਛਲੇ ਲੈਕਚਰ ਦੇ ਵਿੱਚ ਸਿਰਫ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਅਗਰ ਦਿੱਤਾ ਹੋਇਆ ਹੋਵੇ, ਕੋਈ ਪ੍ਰੋਸੈਸ ਲਾਸਿਸ ਨਾ ਹੋਣ, ਉਹਦੀ ਆਪਾਂ ਟ੍ਰੀਟਮੈਂਟ ਕੀਤੀ ਹੈ। ਅੱਜ ਆਪਾਂ ਜੋ ਕਰਨਾ ਉਹ ਹੈ ਕਿ ਤੁਹਾਡੇ ਕੋਲ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੈ बट नाल प्रोसैस लॉसिस भी होण, तां उस केस दे विच आपां की अकाउंटिंग ट्रीटमेंट करनी है वो आपां एक इलस्ट्रेशन दे नाल करांगे। मेरे कोल एक इलस्ट्रेशन है, कहंदे कि ड्यूरिंग जनवरी 2015 इस इलस्ट्रेशन दे विच तुहानूं क्लोजिंग वर्क इन प्रोग्रेस दे नाल नाल प्रोसैस लॉसिस, नॉर्मल लॉस, एबनॉर्मल लॉस दोनों दित्ते होणगे, तां आपां उन्हां दी वैल्यू भी नाल कैलकुलेट करनी होगी ते वर्क इन प्रोग्रेस दी भी कैलकुलेट करनी होएगी। तां की कहंदे कि ड्यूरिंग जनवरी 2015 यूनिट्स वर इंट्रोड्यूस्ड इनटू प्रोसैस 1। एक प्रोसैस 1 ਦੇ ਵਿੱਚ ਕੁਝ यूनिट्स इंट्रोड्यूस ਕੀਤੀਆਂ। ਉਹਦੇ ਬਾਰੇ ਕਹਿੰਦੇ ਕਿ नॉर्मल लॉस वाज एस्टिमेटेड एट 5% ऑन इनपुट ਦਾ 5% नॉर्मल लॉसेस हो ਜਾਂਦੇ ਹੈ। एट द एंड ऑफ द मंथ 1400 यूनिट्स हैड बीन प्रोड्यूस्ड एंड ट्रांसफर्ड टू द नेक्स्ट प्रोसेस। ਜਿਹੜੀ ਇਨਪੁਟ ਹੋਈ ਹੈ ਉਹਦੇ ਵਿੱਚ 1400 यूनिट ਹੈ ਜਿਹੜੇ ਉਹ प्रोड्यूस होए है ते नेक्स्ट प्रोसेस दे विच ट्रांसफर होए है। मतलब तुहाडी जिहड़ी आउटपुट है वो 1400 यूनिट्स है। 460 यूनिट्स वर अनकंप्लीट, इन्हां दे विचों 460 यूनिट्स अनकंप्लीट है एंड 140 यूनिट्स हैड बीन स्क्रैप्ड। 140 यूनिट्स स्क्रैप हो गए, ये तुहाडा नॉर्मल लॉस है 140 यूनिट्स दा। इट वाज एस्टिमेटेड दैट अनकंप्लीटेड यूनिट्स हैड रीच्ड अ स्टेज इन प्रोडक्शन एज फॉलोज। जिहड़ी अनकंप्लीट यानी कि जिहड़ा वर्क इन प्रोग्रेस है ਉਹਦੀ कंप्लीशन ਦੀ परसेंटेज ਆਪਾਂ ਨੂੰ ਦਿੱਤੀ ਹੋਈ ਹੈ ਕਿ ਮਟੀਰੀਅਲ 75% ਕੰਪਲੀਟਡ, ਲੇਬਰ 50% ਕੰਪਲੀਟਡ, ਓਵਰਹੈਡ 50% ਕੰਪਲੀਟਡ। ਮਤਲਬ ਜਿਹੜੀ ਵਰਕ ਇਨ ਪ੍ਰੋਗਰੈਸ ਹੈ ਉਹਨਾਂ ਦੇ ਉੱਪਰ ਮਟੀਰੀਅਲ 75% ਲੱਗਿਆ, ਲੇਬਰ 50%, ਓਵਰਹੈਡ 50% ਲੱਗੀ ਹੈ। The cost of 2000 units was 5800। ਇਹ 2000 units ਹੈ ਜਿਹੜੇ ਇਹ ਇਨਪੁਟ ਨੇ, 2000 units ਇਨਪੁਟ ਹੋਏ ਆ ਜਿਨ੍ਹਾਂ ਦੀ ਕਾਸਟ 5800 ਰੁਪਏ ਹੈ। Direct material introduced during the process amounted to 1440। डायरेक्ट मटीरियल ਦੀ ਵੈਲਿਊ ਦਿੱਤੀ ਹੋਈ ਹੈ, ਡਾਇਰੈਕਟ ਵੇजेस ਦਿੱਤੀਆਂ ਹੋਈਆਂ 3340, ਪ੍ਰੋਡਕਸ਼ਨ ਓਵਰਹੈਡ ਦਿੱਤੇ ਹੋਏ ਆ 1670। ਨਾਲ ਹੀ ਕਹਿੰਦੇ ਕਿ ਯੂਨਿਟਸ ਸਕ੍ਰੈਪਡ ਰਿਅਲਾਈਜ਼ਡ ₹1 ਈਚ। ਜਿੰਨੇ ਵੀ ਯੂਨਿਟ ਸਕ੍ਰੈਪ ਹੁੰਦੇ ਆ ਭਾਵੇਂ ਉਹ ਨਾਰਮਲ ਹੈ ਭਾਵੇਂ ਉਹ ਅਬਨੋਰਮਲ ਹੈ ਉਹ ₹1 ਨਾਲ ਸੇਲ ਹੋ ਜਾਂਦੇ ਆ। ਕਹਿੰਦੇ यूनिट scrapped pass through the process so were 100% completed as regard material, labor and overhead। ਜਿਹੜੇ abnormal losses ਹੈ, ਜਿਹੜੇ abnormally scrap ਹੋਏ ਹੈ units, ਉਹ ਕਹਿੰਦੇ ਕਿ 100% complete ਹੈ as regard ਮਟੀਰੀਅਲ, ਲੇਬਰ ਐਂਡ ਓਵਰਹੈਡ। ਇਹ ਸਾਰੀ ਇਨਫੋਰਮੇਸ਼ਨ ਦੇ ਨਾਲ ਆਪਾਂ ਪਹਿਲਾਂ ਤਾਂ ਇਕੁਇਵਲੈਂਟ ਪ੍ਰੋਡਕਸ਼ਨ ਜਿਵੇਂ ਆਪਾਂ ਵਰਕ ਇਨ ਪ੍ਰੋਗਰੈਸ ਦੀ ਕੈਲਕੂਲੇਟ ਕਰਦੇ ਆ ਉਹ ਕਰਨੀ ਹੈ, ਉਹਨਾਂ ਦੀ ਪਰ ਯੂਨਿਟ ਕਾਸਟ ਕੈਲਕੂਲੇਟ ਕਰਨੀ ਹੈ ਤੇ ਉਸ ਤੋਂ ਬਾਅਦ ਪ੍ਰੋਸੈਸ ਅਕਾਊਂਟ ਹੈ ਜਿਹੜੇ ਉਹ ਬਣਾਉਣੇ। ਤਾਂ ਸਭ ਤੋਂ ਪਹਿਲਾਂ ਆਪਾਂ ਇਕੁਇਵਲੈਂਟ ਪ੍ਰੋਡਕਸ਼ਨ ਹੈ ਜਿਹੜੀ ਉਹ ਕੈਲਕੂਲੇਟ ਕਰਾਂਗੇ। ਦੇਖੋ 2000 यूनिट्स इनपुट है ਜਿਹਦੇ ਵਿੱਚੋਂ ਆਪਾਂ ਨੂੰ ਉਹਨਾਂ ਨੇ ਕਿਹਾ ਕਿ 5% ਨਾਰਮਲ ਲਾਸਿਸ ਹੋ ਜਾਂਦੇ ਆ, ਤਾਂ ਮਤਲਬ 2000 ਦਾ 5% 100 यूनिट्स ਹੈ ਜਿਹੜੇ ਉਹ ਨਾਰਮਲ ਲਾਸ ਹੋ ਜਾਣਗੇ। ਫਿਨਿਸ਼ ਪ੍ਰੋਡਕਸ਼ਨ ਬਾਰੇ ਵੀ ਦੱਸਿਆ ਕਿ 1400 यूनिट ਹੈ ਜਿਹੜੇ ਉਹ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਹੋਏ ਹੈ। ਵਰਕ ਇਨ ਪ੍ਰੋਗਰੈਸ ਬਾਰੇ ਵੀ ਦੱਸਿਆ ਕਿ 460 यूनिट्स ਹੈ ਜਿਹੜੇ ਉਹ ਅਨਕੰਪਲੀਟ ਹੈ। ਤਾਂ ਜੇ 2000 यूनिट्स ਇਨਪੁਟ ਹੋਏ ਹੈ ਤੇ ਉਹਦੇ ਵਿੱਚੋਂ 100 यूनिट ਨਾਰਮਲ ਲਾਸ, 1400 यूनिट्स ਫਿਨਿਸ਼ ਤੇ 460 यूनिट्स ਅਨਕੰਪਲੀਟ ਹੈ, ਤਾਂ ਬਾਕੀ ਦੇ ਜਿਹੜੇ 240 यूनिट्स ਉਹ ਕਿੱਧਰ ਗਏ? ਉਹ 40 यूनिट्स ਤੁਹਾਡੇ ਐਬਨੋਰਮਲ ਲਾਸ ਹੋਣਗੇ। ਤਾਂ ਹੁਣ ਇਹਨਾਂ ਚਾਰਾਂ ਦੇ ਬਾਰੇ ਆਪਾਂ ਨੂੰ ਦੱਸਿਆ ਹੋਇਆ ਕਿ ਉਹ ਮਟੀਰੀਅਲ, ਲੇਬਰ ਤੇ ਓਵਰਹੈਡ ਕਿੰਨਾ ਪਰਸੈਂਟ ਹੈ ਜਿਹੜਾ ਉਹ ਕੰਪਲੀਟ ਹੈ। ਉਹਦੇ ਅਕੋਰਡਿੰਗ ਇਹਨਾਂ ਪਰਸੈਂਟੇजेस ਨੂੰ ਲੈ ਕੇ ਆਪਾਂ ਇਕੁਇਵਲੈਂਟ ਪ੍ਰੋਡਕਸ਼ਨ ਦੇ ਵਿੱਚ ਇਹਨੂੰ ਕਨਵਰਟ ਕਰ ਲਾਂਗੇ। ਤਾਂ ਨਾਰਮਲ ਲਾਸ ਦੀ ਜਿਵੇਂ ਆਪਾਂ ਕਰਦੇ ਹੁੰਦੇ ਆ ਕਿ ਨਾਰਮਲ ਲਾਸ ਦੀ ਆਪਾਂ ਕੋਈ ਕਾਸਟ ਹੈ ਜਿਹੜੀ ਉਹ ਕੈਲਕੂਲੇਟ ਨਹੀਂ ਕਰਨੀ, ਇਹਨੂੰ ਆਪਾਂ ਬਾਕੀ ਦੀਆਂ ਜਿਹੜੀਆਂ ਯੂਨਿਟਸ ਉਹਨਾਂ ਦੇ ਵਿੱਚੋਂ ਹੀ ਚਾਰਜ ਕਰਨਾ ਹੁੰਦਾ ਤੇ ਇਹਨੂੰ ਆਪਾਂ ਬਿਲਕੁਲ ਛੱਡ ਦਾਂਗੇ। ਐਬਨੋਰਮਲ ਲਾਸ ਦਾ ਉਹਨਾਂ ਨੇ ਕਿਹਾ ਕਿ 100% ਕੰਪਲੀਟ ਸੀਗਾ ਸਾਰੇ ਮਟੀਰੀਅਲ, ਲੇਬਰ ਤੇ ਓਵਰਹੈਡ ਨੂੰ ਲੈ ਕੇ, ਤਾਂ 40 ਦੀ ਜਿਹੜੀ ਵੈਲਿਊ ਆ 40 ਹੀ ਰਹਿ ਜੂਗੀ, ਲੇਬਰ ਮਟੀਰੀਅਲ ਲਈ ਵੀ ਤੇ ਲੇਬਰ ਤੇ ਓਵਰਹੈਡ ਲਈ ਵੀ 40 ਦੇ 40 ਰਹਿ ਜਾਣਗੇ। ਸੇਮ ਵਿਦ ਫਿਨਿਸ਼ਡ ਗੁੱਡਸ, ਕਿਉਂਕਿ ਫਿਨਿਸ਼ਡ ਗੁੱਡਸ ਹੈ ਜਿਹੜੀ ਉਹ ਵੀ 100% ਕੰਪਲੀਟ ਹੈ, ਤਾਂ ਇਹ ਵੀ 1400 ਦੇ ਇਕੁਇਵਲੈਂਟ 1400 ਹੀ ਰਹਿ ਜਾਣਗੇ। ਤਾਂ ਜਿਹੜਾ ਮੇਨ ਕਨਵਰਟ ਕਰਨਾ ਆਪਾਂ ਇਕੁਇਵਲੈਂਟ ਪ੍ਰੋਡਕਸ਼ਨ ਦੇ ਉਹ ਹੈ ਵਰਕ ਇਨ ਪ੍ਰੋਗਰੈਸ। ਤਾਂ ਵਰਕ ਇਨ ਪ੍ਰੋਗਰੈਸ ਦੇ 460 यूनिट्स ਹੈ ਜਿਹਦੇ ਚੋਂ ਕਹਿੰਦੇ ਕਿ 75% ਮਟੀਰੀਅਲ ਲੱਗਿਆ,
ਤਾਂ ਮਤਲਬ 400 ਦਾ ਆਪਾਂ 75% ਲੈ ਲਾਂਗੇ 345 ਯੂਨਿਟਸ। ਤੇ ਲੇਬਰ ਤੇ ਓਵਰਹੈਡ ਬਾਰੇ ਆਪਾਂ ਨੂੰ ਕਿਹਾ ਹੈ ਕਿ 50% ਕੰਪਲੀਟ ਹੈ ਐਜ਼ ਰਿਗਾਰਡ ਟੂ ਲੇਬਰ ਐਂਡ ਓਵਰਹੈਡ। ਤਾਂ 460 ਦਾ 50% ਆਪਾਂ 230 ਯੂਨਿਟਸ ਹੈ ਜਿਹੜੇ ਉਹ ਆ ਜਾਣਗੇ ਇਕੁਇਲੈਂਟ। ਤਾਂ ਹੁਣ ਸਾਰੀ ਜਿਹੜੀ ਇਕੁਇਲੈਂਟ ਪ੍ਰੋਡਕਸ਼ਨ ਦਾ ਆਪਾਂ ਟੋਟਲ ਕਰਦੇ ਹਾਂ ਤਾਂ ਮਟੀਰੀਅਲ ਦੀ ਇਕੁਇਲੈਂਟ ਪ੍ਰੋਡਕਸ਼ਨ ਬਣਦੀ ਹੈ 1785 ਤੇ ਲੇਬਰ ਤੇ ਓਵਰਹੈਡ ਦੀ ਬਣਦੀ ਹੈ 1670। ਹੁਣ ਇਹਨੂੰ ਆਪਾਂ ਅੱਗੇ ਪਰ ਯੂਨਿਟ ਕਾਸਟ ਜਿਹੜੀ ਉਹ ਕੈਲਕੂਲੇਟ ਕਰਾਂਗੇ ਤੇ ਟੋਟਲ ਕਾਸਟ ਕੈਲਕੂਲੇਟ ਕਰਾਂਗੇ। ਤਾਂ ਮਟੀਰੀਅਲ ਦੀ ਜੇ ਆਪਾਂ ਗੱਲ ਕਰੀਏ ਤਾਂ 2000 ਯੂਨਿਟਸ ਇੰਟਰੋਡਿਊਸ ਹੋਏ ਸੀ ਜਿਨ੍ਹਾਂ ਦੀ ਵੈਲਿਊ ਦਿੱਤੀ ਹੋਈ ਸੀ ਆਪਾਂ ਨੂੰ 5800। ਇਸ ਤੋਂ ਇਲਾਵਾ 1440 ਦਾ ਡਾਇਰੈਕਟ ਮਟੀਰੀਅਲ ਲੱਗਿਆ ਸੀਗਾ। ਟੋਟਲ 7240 ਹੈ। ਤੇ ਨਾਰਮਲ ਲਾਸ ਦੀ ਜਿਹੜੀ ਸਕ੍ਰੈਪ ਵੈਲਿਊ ਉਹ ਆਪਾਂ ਇੱਥੋਂ ਮਾਈਨਸ ਕਰ ਲਾਂਗੇ। 100 ਯੂਨਿਟਸ ਦੀ ਸਕ੍ਰੈਪ ਵੈਲਿਊ 100 ਆ ਜਾਏਗੀ ਤਾਂ ਟੋਟਲ ਬਣ ਜਾਂਦਾ ਤੁਹਾਡੇ ਕੋਲ 7140 ਮਟੀਰੀਅਲ ਦੀ ਕਾਸਟ ਬਣ ਜਾਂਦੀ ਹੈ। ਮਟੀਰੀਅਲ ਦੇ ਇਕੁਇਲੈਂਟ ਯੂਨਿਟਸ ਹੈਗੇ 1785। ਤਾਂ ਜੇ ਆਪਾਂ ਪਰ ਯੂਨਿਟ ਕਾਸਟ ਕੈਲਕੂਲੇਟ ਕਰਨੀ ਹੋਵੇ ਤਾਂ ਟੋਟਲ ਕਾਸਟ 7140 ਨੂੰ ਆਪਾਂ ਇਕੁਇਲੈਂਟ ਪ੍ਰੋਡਕਸ਼ਨ 1785 ਨਾਲ ਡਿਵਾਈਡ ਕਰ ਦਾਂਗੇ ਤਾਂ ਪਰ ਯੂਨਿਟ ਕਾਸਟ ਆ ਗਈ 4 ਰੁਪਏ। ਸੇਮ ਵੇ ਆਪਾਂ ਲੇਬਰ ਤੇ ਓਵਰਹੈਡ ਦਾ ਕੈਲਕੂਲੇਟ ਕਰਾਂਗੇ ਤਾਂ ਡਾਇਰੈਕਟ ਵੇਜਸ ਦੀ ਆਪਾਂ ਨੂੰ ਵਰਥ ਦਿੱਤੀ ਹੋਈ ਹੈ 3340। ਇਹਨਾਂ ਦੀ ਇਕੁਇਲੈਂਟ ਪ੍ਰੋਡਕਸ਼ਨ ਸੀਗੀ 1670 ਡਿਵਾਈਡ ਕਰਕੇ ਪਰ ਯੂਨਿਟ ਆ ਗਿਆ 2। ਐਵੇਂ ਹੀ ਓਵਰਹੈਡ ਦੀ ਜਿਹੜੀ ਟੋਟਲ ਕਾਸਟ ਹੈ 1670 ਦਿੱਤੀ ਹੋਈ ਹੈ। ਨੰਬਰ ਆਫ ਯੂਨਿਟਸ ਵੀ 1670 ਹੈ। 1 ਰੁਪਏ ਪਰ ਯੂਨਿਟ ਓਵਰਹੈਡ ਦੀ ਕਾਸਟ ਆ ਗਈ ਤਾਂ ਟੋਟਲ ਜਿਹੜੀ ਕਾਸਟ ਪ੍ਰੋਡਕਸ਼ਨ ਹੈ ਉਹ ਬਣਦੀ ਹੈ 12150। ਪਰ ਯੂਨਿਟ ਬਣਦੀ ਹੈ 7 ਰੁਪਏ। ਹੁਣ ਇਹ ਪਰ ਯੂਨਿਟ ਲੈ ਕੇ ਆਪਾਂ ਸਾਰੀਆਂ ਜਿਹੜੀਆਂ ਹੈ ਉਹਨਾਂ ਦੀਆਂ ਵੈਲਿਊਜ਼ ਕੈਲਕੂਲੇਟ ਕਰ ਲਾਂਗੇ। ਨਾਰਮਲ ਲਾਸ ਦੀ ਆਪਾਂ ਕੋਈ ਵੈਲਿਊ ਕੈਲਕੂਲੇਟ ਕਰਨੀ ਨਹੀਂ ਕਾਸਟ। ਐਬਨੋਰਮਲ ਲਾਸ ਦੀ ਕੈਲਕੂਲੇਟ ਕਰਾਂਗੇ, ਫਿਨਿਸ਼ ਗੁੱਡਸ ਦੀ ਕੈਲਕੂਲੇਟ ਕਰਾਂਗੇ ਤੇ ਵਰਕ ਇਨ ਪ੍ਰੋਗਰੈਸ ਦੀ ਕੈਲਕੂਲੇਟ ਕਰਾਂਗੇ। ਤੇ ਐਬਨੋਰਮਲ ਲਾਸ ਦੇ ਬਾਰੇ ਦੇ ਯੂਨਿਟਸ ਆਪਾਂ ਨੂੰ ਪਤਾ ਹੈ 40 ਹੈ ਮਟੀਰੀਅਲ ਦੇ ਵੀ, ਲੇਬਰ ਦੇ ਵੀ, ਓਵਰਹੈਡ ਦੇ ਵੀ। ਪਰ ਯੂਨਿਟ ਕਾਸਟ ਵੀ ਆਪਾਂ ਨੂੰ ਪਤਾ ਹੈ ਮਟੀਰੀਅਲ ਦੀ 4, ਲੇਬਰ ਦੀ 2 ਤੇ ਓਵਰਹੈਡ ਦੀ 1। ਤਾਂ ਇੱਥੋਂ ਆਪਾਂ ਮਲਟੀਪਲਾਈ ਕਰਕੇ ਟੋਟਲ ਕਾਸਟ ਕੈਲਕੂਲੇਟ ਕਰ ਲਾਂਗੇ। ਸੇਮ ਵੇ ਫਿਨਿਸ਼ ਪ੍ਰੋਡਕਸ਼ਨ ਹੈ ਜਿਹੜੀ ਉਹਦੀ ਵੀ ਆਪਾਂ ਨੂੰ 1400 ਯੂਨਿਟਸ ਦਿੱਤੀਆਂ ਹੋਈਆਂ। ਪਰ ਯੂਨਿਟ ਕਾਸਟ 421 ਹੈ ਮਟੀਰੀਅਲ, ਲੇਬਰ ਤੇ ਓਵਰਹੈਡ ਦੀ। ਮਲਟੀਪਲਾਈ ਕਰਕੇ ਤੁਹਾਡੇ ਕੋਲ ਕਾਸਟ ਆ ਜਾਏਗੀ। ਐਵੇਂ ਵਰਕ ਇਨ ਪ੍ਰੋਗਰੈਸ ਦੇ ਲਈ ਆਪਾਂ ਇਕੁਇਲੈਂਟ ਯੂਨਿਟਸ ਪਹਿਲਾਂ ਕੈਲਕੂਲੇਟ ਕੀਤੇ ਹੋਏ ਆ। ਮਟੀਰੀਅਲ ਦੇ 345, ਲੇਬਰ ਦੇ 230, ਓਵਰਹੈਡ ਦੇ 230। ਪਰ ਯੂਨਿਟ ਕਾਸਟ ਵੀ ਆਪਾਂ ਨੂੰ ਪਤਾ ਹੈ 421। ਮਲਟੀਪਲਾਈ ਕਰਕੇ ਆਪਣੇ ਕੋਲ ਟੋਟਲ ਕਾਸਟ ਆ ਜਾਏਗੀ। ਇਹ ਆ ਗਿਆ ਸਟੇਟਮੈਂਟ ਆਫ ਇਵੈਲੂਏਸ਼ਨ। ਉਸ ਤੋਂ ਬਾਅਦ ਪ੍ਰੋਸੈਸ ਅਕਾਊਂਟ ਬਣਾਉਣਾ ਹੈ, ਪ੍ਰੋਸੈਸ 1 ਤੇ ਪ੍ਰੋਸੈਸ 2। ਪ੍ਰੋਸੈਸ 1 ਦੇ ਵਿੱਚ ਡੈਬਿਟ ਸਾਈਡ ਤੇ 2000 ਯੂਨਿਟਸ ਇੰਟਰੋਡਿਊਸ ਹੋਏ ਆ, 5800 ਉਹਨਾਂ ਦੀ ਵੈਲਿਊ ਹੈ। ਡਾਇਰੈਕਟ ਮਟੀਰੀਅਲ ਵੀ ਦਿੱਤਾ ਹੋਇਆ, ਡਾਇਰੈਕਟ ਲੇਬਰ ਵੀ ਦਿੱਤਾ ਹੋਇਆ, ਪ੍ਰੋਡਕਸ਼ਨ ਓਵਰਹੈਡ ਵੀ ਦਿੱਤੇ ਹੋਏ ਆ। ਸਾਰੀ ਅਮਾਉਂਟ ਨੂੰ ਆਪਾਂ ਡੈਬਿਟ ਕਰ ਲਾਂਗੇ। ਕ੍ਰੈਡਿਟ ਸਾਈਡ ਤੇ ਜਿਹੜੀਆਂ ਹੈ ਆਪਾਂ ਉੱਪਰੋਂ ਵੈਲਿਊਜ਼ ਚੱਕਾਂਗੇ। ਨਾਰਮਲ ਲਾਸ 100 ਯੂਨਿਟਸ ਹੈ, ਉਹਨਾਂ ਦੀ ਸਕ੍ਰੈਪ ਵੈਲਿਊ ਇੱਥੇ ਪੈ ਜਾਏਗੀ 100। ਐਬਨੋਰਮਲ ਲਾਸ 40, ਉਹਦੀ ਕਾਸਟ ਆਪਾਂ ਉੱਪਰ ਕੈਲਕੂਲੇਟ ਕੀਤੀ ਹੈ 280। ਟ੍ਰਾਂਸਫਰ ਟੂ ਨੈਕਸਟ ਪ੍ਰੋਸੈਸ ਜਿਹੜੀ ਫਿਨਿਸ਼ ਪ੍ਰੋਡਕਟਸ 1400 ਟ੍ਰਾਂਸਫਰ ਹੋ ਰਹੇ ਆ ਉਹਨਾਂ ਦੀ ਵੈਲਿਊ 9800। ਤੇ ਵਰਕ ਇਨ ਪ੍ਰੋਗਰੈਸ ਜਿਹੜਾ ਬੈਲੈਂਸ ਆ ਜਾਏਗਾ 460 ਯੂਨਿਟਸ, ਉਹਨਾਂ ਦੀ ਵੈਲਿਊ ਕਿੰਨੀ ਹੈ 2070। ਹੁਣ ਇੱਥੇ ਆਪਾਂ ਟੋਟਲ ਜਿਹੜੇ 460 ਯੂਨਿਟਸ ਲੈਣੇ ਆ, ਇਕੁਇਲੈਂਟ ਯੂਨਿਟਸ ਨਹੀਂ ਲੈਣੇ ਪ੍ਰੋਸੈਸ ਅਕਾਊਂਟ ਦੇ ਵਿੱਚ। ਤਾਂ 2000 ਯੂਨਿਟਸ ਇੰਟਰੋਡਿਊਸ ਹੋਏ ਹੈ ਤੇ 2000 ਹੀ ਆਪਣਾ ਮਤਲਬ ਸੋਲਵ ਹੋ ਗਿਆ ਕਿ ਉਹਦੇ ਚੋਂ 100 ਜਿਹੜਾ ਨਾਰਮਲ ਲਾਸ ਨਿਕਲ ਗਿਆ, 40 ਐਬਨੋਰਮਲ ਲਾਸ, 1400 ਯੂਨਿਟਸ ਕੰਪਲੀਟ ਹੋ ਕੇ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਹੋ ਗਏ ਤੇ 460 ਯੂਨਿਟਸ ਜਿਹੜੇ ਉਹ ਇਨ ਪ੍ਰੋਸੈਸ ਹੈ, ਉਹਨਾਂ ਦੀਆਂ ਵੈਲਿਊਜ਼ ਵੀ ਆਪਾਂ ਕੈਲਕੂਲੇਟ ਕਰ ਲਈਆਂ। ਹੁਣ ਸੇਮ ਆ 1400 ਦੀ ਫਿਗਰ ਨੈਕਸਟ ਪ੍ਰੋਸੈਸ ਦੇ ਵਿੱਚ ਟ੍ਰਾਂਸਫਰ ਹੋ ਜਾਊਗੀ, ਪ੍ਰੋਸੈਸ 2। ਇਸ ਤੋਂ ਬਾਅਦ ਐਬਨੋਰਮਲ ਲਾਸ ਦਾ ਅਕਾਊਂਟ ਬਣਾਇਆ ਜਿਹਦੇ ਵਿੱਚ ਕਹਿੰਦੇ ਕਿ 40 ਯੂਨਿਟਸ ਜਿਹੜੇ ਐਬਨੋਰਮਲ ਲਾਸ ਦੇ ਸੀਗੇ ਜਿਨ੍ਹਾਂ ਦੀ ਕਾਸਟ 280 ਹੈ, ਕਾਸਟ 280 ਹੈ ਤੇ ਜਿਹਦੇ ਚੋਂ 1 ਰੁਪਏ ਪਰ ਯੂਨਿਟ ਰਿਲਾਈਜ਼ ਹੋ ਗਿਆ, ਤੁਹਾਨੂੰ 40 ਰੁਪਏ ਰਿਲਾਈਜ਼ ਹੋ ਗਏ ਤੇ ਬਾਕੀ 240 ਜਿਹੜਾ ਉਹ ਕਾਸਟਿੰਗ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਲਾਸ ਟ੍ਰਾਂਸਫਰ ਹੋ ਜਾਊਗਾ। ਇਹ ਤਾਂ ਸੀ ਕਿ ਤੁਹਾਨੂੰ ਸਿਰਫ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਤੇ ਨਾਲ ਪ੍ਰੋਸੈਸ ਲਾਸਿਸ ਦਿੱਤੇ ਆ ਤਾਂ ਕੀ ਟ੍ਰੀਟਮੈਂਟ ਕਰਨੀ ਹੈ। ਹੁਣ ਜੇ ਤੁਹਾਨੂੰ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੇ ਨਾਲ ਓਪਨਿੰਗ ਵਰਕ ਇਨ ਪ੍ਰੋਗਰੈਸ ਵੀ ਦਿੱਤਾ ਹੋਵੇ, ਮਤਲਬ ਓਪਨਿੰਗ ਵਰਕ ਇਨ ਪ੍ਰੋਗਰੈਸ ਵੀ ਹੋ ਸਕਦਾ ਹੈ, ਕਲੋਜ਼ਿੰਗ ਵੀ ਹੋ ਸਕਦਾ ਹੈ, ਬਟ ਆਪਾਂ ਪਹਿਲਾਂ ਟ੍ਰੀਟਮੈਂਟ ਕਰਾਂਗੇ ਕਿ ਕੋਈ ਨਾਲ ਪ੍ਰੋਸੈਸ ਲਾਸਿਸ ਨਹੀਂ ਹੈ, ਸਿਰਫ ਓਪਨਿੰਗ ਤੇ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੀ ਹੋਣ ਤਾਂ ਕੀ ਅਕਾਊਂਟਿੰਗ ਟ੍ਰੀਟਮੈਂਟ ਹੋਏਗੀ। ਤਾਂ ਹੁਣ ਜਿਹੜੇ ਸਟਾਕ ਦੀ ਵੈਲਿਊ ਹੈ, ਮਤਲਬ ਜੇ ਤੁਹਾਨੂੰ ਓਪਨਿੰਗ ਤੇ ਕਲੋਜ਼ਿੰਗ ਦੋਨੋਂ ਸਟਾਕ ਦਿੱਤੇ ਹੋਣ ਤਾਂ ਹੁਣ ਇਹਦੇ ਲਈ ਅੱਗੇ ਕੈਲਕੂਲੇਸ਼ਨ ਦੇ ਆਪਣੇ ਕੋਲ ਅਲੱਗ-ਅਲੱਗ ਮੈਥਡਸ ਹੋ ਸਕਦੇ ਆ ਕਿ ਐਵਰੇਜ ਕਾਸਟ ਮੈਥਡ ਨਾਲ ਕੈਲਕੂਲੇਟ ਕਰਨਾ ਹੈ, ਫਸਟ ਇਨ ਫਸਟ
ਆਊਟ ਮੈਥਡ ਨਾਲ FIFO ਨਾਲ ਕੈਲਕੂਲੇਟ ਕਰਨਾ ਹੈ, LIFO ਨਾਲ ਕੈਲਕੂਲੇਟ ਕਰਨਾ ਹੈ ਜਾਂ ਵੇਟਡ ਐਵਰੇਜ ਕਾਸਟ ਮੈਥਡ ਨਾਲ ਕੈਲਕੂਲੇਟ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਐਵਰੇਜ ਕਾਸਟ ਮੈਥਡ ਨਾਲ ਇਹਨੂੰ ਸੋਲਵ ਕਰਾਂਗੇ। ਤਾਂ ਐਵਰੇਜ ਕਾਸਟ ਮੈਥਡ ਦਾ ਮਤਲਬ ਕੀ ਹੈ ਕਿ ਜਿਹੜੀ ਤੁਸੀਂ ਵੈਲਿਊਜ਼ ਕੈਲਕੂਲੇਟ ਕਰਨੀ ਹੈ ਪਰ ਕਾਸਟ ਕੈਲਕੂਲੇਟ ਕਰਨੀ ਹੈ ਉਹ ਐਵਰੇਜ ਹੋਏਗੀ। ਐਵਰੇਜ ਆਫ ਵਟ? ਐਵਰੇਜ ਆਫ ਓਪਨਿੰਗ ਸਟਾਕ ਆਫ ਵਰਕ ਇਨ ਪ੍ਰੋਗਰੈਸ ਪਲੱਸ ਯੂਨਿਟਸ ਇੰਟਰੋਡਿਊਸਡ ਡਿਊਰਿੰਗ ਦਾ ਈਅਰ। ਮਤਲਬ ਆਪਾਂ ਦੋਨਾਂ ਦੀ ਐਵਰੇਜ ਲੈ ਲਾਂਗੇ ਤੇ ਉਸ ਪ੍ਰਾਈਸ ਤੇ ਤੁਸੀਂ ਫਿਰ ਅੱਗੇ ਦੀਆਂ ਕੈਲਕੂਲੇਸ਼ਨਸ ਕਰੋਗੇ। ਕਿਵੇਂ? ਇੱਕ ਇਲਸਟ੍ਰੇਸ਼ਨ ਦੇ ਨਾਲ ਆਪਾਂ ਇਹਨੂੰ ਕਰਾਂਗੇ। ਆਪਾਂ ਨੂੰ ਕੁਝ ਇਨਫੋਰਮੇਸ਼ਨ ਦਿੱਤੀ ਹੈ ਜਿਹਦੇ ਚ ਕਹਿੰਦੇ ਕਿ from the following details prepare statement of equivalent production, statement of cost, statement of evaluation and process account by following average cost method। average cost method ਲਗਾ ਕੇ ਆਪਾਂ ਇਹ ਸਾਰੀ ਕੈਲਕੂਲੇਸ਼ਨ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਓਪਨਿੰਗ ਵਰਕ ਇਨ ਪ੍ਰੋਗਰੈਸ ਦੀ ਇਨਫੋਰਮੇਸ਼ਨ ਦਿੱਤੀ ਹੈ ਜਿਹਦੇ ਚ 2000 ਯੂਨਿਟਸ ਤੁਹਾਡੇ ਕੋਲ ਓਪਨਿੰਗ ਵਰਕ ਇਨ ਪ੍ਰੋਗਰੈਸ ਹੈ, ਜਿਹਦੇ ਚ ਮਟੀਰੀਅਲ 7500 ਲੱਗਿਆ ਜੋ ਕਿ 100% ਕੰਪਲੀਟ ਹੈ। ਲੇਬਰ 3000 ਲੱਗੀ ਹੈ। ਇਹਨਾਂ ਓਪਨਿੰਗ ਵਰਕ ਇਨ ਪ੍ਰੋਗਰੈਸ ਦੇ ਬਾਰੇ ਇਹ ਇਨਫੋਰਮੇਸ਼ਨ ਹੈ ਕਿ ਲੇਬਰ 3000 ਦੀ ਲੱਗੀ ਹੈ, 60% ਕੰਪਲੀਟ ਹੈ। ਓਵਰਹੈਡ 1500 ਲੱਗਿਆ, 60% ਕੰਪਲੀਟ ਹੈ। ਡਿਊਰਿੰਗ ਦ ਟਾਈਮ ਪੀਰੀਅਡ 8000 ਯੂਨਿਟਸ ਜਿਹੜੀਆਂ ਹੋਰ ਇੰਟਰੋਡਿਊਸ ਹੋਈਆਂ ਤੇ ਕਲੋਜ਼ਿੰਗ ਬਾਰੇ ਕਿਹਾ ਕਿ 2000 ਯੂਨਿਟਸ ਜਿਹੜੇ ਉਹ ਹਜੇ ਵੀ ਇਨ ਪ੍ਰੋਸੈਸ ਹੈ ਐਂਡ ਤੇ ਉਹਨਾਂ ਦੀ ਕੰਪਲੀਸ਼ਨ ਸਟੇਜ ਬਾਰੇ ਦੱਸਿਆ ਕਿ ਮਟੀਰੀਅਲ ਦੇ ਲਈ ਉਹ 100% ਕੰਪਲੀਟ ਹੈ, ਲੇਬਰ ਲਈ 50%, ਓਵਰਹੈਡ ਲਈ 50%। ਇਸ ਤੋਂ ਇਲਾਵਾ ਕਹਿੰਦੇ ਕਿ 8000 ਯੂਨਿਟਸ ਟ੍ਰਾਂਸਫਰ ਟੂ ਦ ਨੈਕਸਟ ਪ੍ਰੋਸੈਸ। ਨੈਕਸਟ ਪ੍ਰੋਸੈਸ ਨੂੰ 8000 ਯੂਨਿਟਸ ਟ੍ਰਾਂਸਫਰ ਹੋਈਆਂ। ਟੋਟਲ ਕਾਸਟ ਵੀ ਆਪਾਂ ਨੂੰ ਦੱਸੀ ਹੋਈ ਹੈ, ਮਟੀਰੀਅਲ ਦੀ 1 ਲੱਖ, ਲੇਬਰ ਦੀ 78,000, ਓਵਰਹੈਡ ਦੀ 39,000 ਜੋ ਕਿ ਡਿਊਰਿੰਗ ਦਾ ਪੀਰੀਅਡ ਆਪਾਂ ਨੂੰ ਪਈ ਹੈ। ਇਸ ਇਨਫੋਰਮੇਸ਼ਨ ਦੇ ਨਾਲ ਹੁਣ ਆਪਾਂ ਐਵਰੇਜ ਕਾਸਟ ਮੈਥਡ ਯੂਜ਼ ਕਰਕੇ ਸਾਰੀਆਂ ਕੈਲਕੂਲੇਸ਼ਨਸ ਕਰਨੀਆਂ। ਤਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਕੈਲਕੂਲੇਟ ਕਰਨੀ ਆ ਉਹ ਹੈ ਇਕੁਇਵਲੈਂਟ ਪ੍ਰੋਡਕਸ਼ਨ ਕੈਲਕੂਲੇਟ ਕਰਨਾ। ਤਾਂ ਹੁਣ ਉਹ ਇਹਦਾ ਜਿਹੜਾ ਪ੍ਰੋਸੈਸ ਹੈ ਉਹ ਉਵੇਂ ਹੀ ਰਹੂਗਾ ਜਿਵੇਂ ਆਪਾਂ ਪਹਿਲਾਂ ਕਰਦੇ ਸੀ ਕਿ ਫਿਨਿਸ਼ਡ ਗੁੱਡਸ ਹੈ ਜਿਹੜੀਆਂ ਉਹ ਦੇਖ ਲਾਂਗੇ ਵੀ ਉਹ ਉਹਨਾਂ ਦੀ ਮਤਲਬ ਕਿਉਂਕਿ ਉਹ 100% ਕੰਪਲੀਟ ਹੁੰਦੀਆਂ ਤਾਂ ਉਹਨਾਂ ਦੀ ਇਕੁਇਵਲੈਂਟ ਪ੍ਰੋਡਕਸ਼ਨ ਸੇਮ ਹੀ ਆ ਜਾਂਦੀ ਹੈ। ਜਿਹੜਾ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੈ ਉਹਦੇ ਚ ਆਪਾਂ ਉਹਨੂੰ ਕਨਵਰਟ ਕਰ ਲੈਂਦੇ ਆ ਔਨ ਦਾ ਬੇਸਿਸ ਆਫ ਕੰਪਲੀਸ਼ਨ। ਤਾਂ 8000 ਯੂਨਿਟਸ ਜਿਹੜੀਆਂ ਉਹ ਫਿਨਿਸ਼ ਹੋਈਆਂ, 100% ਮਟੀਰੀਅਲ ਲੱਗਿਆ, 100% ਲੇਬਰ ਲੱਗਿਆ, ਤਾਂ ਇਕੁਇਵਲੈਂਟ ਯੂਨਿਟਸ 8000 ਹੀ ਆ ਜਾਣਗੀਆਂ। ਔਨ ਦੀ ਅਦਰ ਹੈਂਡ ਜਿਹੜਾ ਵਰਕ ਇਨ ਪ੍ਰੋਗਰੈਸ ਹੈ ਕਲੋਜ਼ਿੰਗ 2000 ਯੂਨਿਟਸ ਦੱਸਿਆ ਹੋਇਆ ਉਹਦੇ ਚ 100% ਮਟੀਰੀਅਲ ਲਈ ਕੰਪਲੀਟ ਹੈ, ਮਤਲਬ ਇਕੁਇਵਲੈਂਟ ਯੂਨਿਟਸ ਕਿੰਨੀਆਂ ਆ ਗਈਆਂ 2000, ਜਦਕਿ ਲੇਬਰ ਤੇ ਓਵਰਹੈਡ ਲਈ 50% ਕੰਪਲੀਟ ਹੈ, ਮੀਨਸ ਇਕੁਇਵਲੈਂਟ ਯੂਨਿਟਸ ਕਿੰਨੀਆਂ ਬਣ ਜਾਣਗੀਆਂ 1000। ਤਾਂ ਟੋਟਲ ਜਿਹੜੀਆਂ ਇਕੁਇਵਲੈਂਟ ਯੂਨਿਟਸ ਹੈ ਉਹ ਮਟੀਰੀਅਲ ਦੀਆਂ 10000, 8000 ਫਿਨਿਸ਼ ਤੇ 2000 ਵਰਕ ਇਨ ਪ੍ਰੋਗਰੈਸ, ਜਦਕਿ ਲੇਬਰ ਲਈ 9000। ਇਹ ਤਾਂ ਸੀਗੀ ਇਕੁਇਵਲੈਂਟ ਪ੍ਰੋਡਕਸ਼ਨ। ਹੁਣ ਸਟੇਟਮੈਂਟ ਆਫ ਕਾਸਟ, ਇੱਥੇ ਆਪਾਂ ਐਵਰੇਜ ਲੈਣੀ ਹੈ। ਐਵਰੇਜ ਆਫ ਵਟ? ਐਵਰੇਜ ਆਫ ਓਪਨਿੰਗ ਵਰਕ ਇਨ ਪ੍ਰੋਗਰੈਸ ਪਲੱਸ ਕਾਸਟ ਇਨਕਰਡ ਡਿਊਰਿੰਗ ਦਾ ਪੀਰੀਅਡ। ਤਾਂ ਹੁਣ ਦੇਖੋ ਮਟੀਰੀਅਲ, ਲੇਬਰ ਤੇ ਓਵਰਹੈਡ, ਓਪਨਿੰਗ ਜਿਹੜਾ ਵਰਕ ਇਨ ਪ੍ਰੋਗਰੈਸ ਹੈ ਉਹਦੀ ਆਪਾਂ ਨੂੰ ਦਿੱਤੀ ਹੋਈ ਹੈ ਕਿ ਮਟੀਰੀਅਲ 7500, ਲੇਬਰ 3000, ਓਵਰਹੈਡ 1500। ਐਵੇਂ ਡਿਊਰਿੰਗ ਦਾ ਪੀਰੀਅਡ ਕਿੰਨੀ ਕਾਸਟ ਲੱਗੀ ਹੈ ਮਟੀਰੀਅਲ ਦੀ 1 ਲੱਖ, ਲੇਬਰ ਦੀ 78,000 ਤੇ ਓਵਰਹੈਡ ਦੀ 39,000। ਟੋਟਲ ਕਿੰਨਾ ਹੋ ਗਿਆ? ਮਟੀਰੀਅਲ ਦਾ 1,07,500, ਲੇਬਰ ਦਾ 81,000, ਓਵਰਹੈਡ ਦਾ 40,500। ਹੁਣ ਐਵਰੇਜ ਕੱਢਣ ਲਈ ਆਪਾਂ ਇਹਨਾਂ ਨੂੰ ਯੂਨਿਟਸ ਦੇ ਨਾਲ ਡਿਵਾਈਡ ਕਰਨਾ ਹੈ। ਤਾਂ ਯੂਨਿਟਸ ਕਿੰਨੇ ਆ? ਮਟੀਰੀਅਲ ਦੇ ਕਿੰਨੇ ਆ ਇਕੁਇਵਲੈਂਟ ਯੂਨਿਟਸ? 10,000, ਲੇਬਰ ਦੇ ਕਿੰਨੇ ਆ 9,000 ਤੇ ਓਵਰਹੈਡ ਦੇ ਕਿੰਨੇ 9,000। ਤਾਂ ਇੱਥੋਂ ਆਪਾਂ ਪਰ ਯੂਨਿਟ ਕਾਸਟ ਹੈ ਜਿਹੜੀ ਉਹ ਕੈਲਕੂਲੇਟ ਕਰ ਲਾਂਗੇ, ਐਵਰੇਜ ਲੈ ਲਾਂਗੇ ਇਹਨਾਂ ਦੀ 10.75, 9 ਐਂਡ 4.50 ਤੇ ਟੋਟਲ ਕਾਸਟ ਕਿੰਨੀ ਬਣਦੀ ਹੈ 24.25। ਇਹ ਹੁਣ ਆਪਾਂ ਫਿਗਰਸ ਲੈ ਕੇ ਅੱਗੇ ਦੀਆਂ ਕੈਲਕੂਲੇਸ਼ਨਸ ਕਰਾਂਗੇ। ਤਾਂ ਹੁਣ ਇੱਥੋਂ ਆਪਾਂ ਜੇ ਆਊਟਪੁੱਟ ਜਿਹੜੀ ਉਹਦੀ ਵੈਲਿਊ ਕੈਲਕੂਲੇਟ ਕਰਨੀ ਹੋਵੇ, ਜਿਹੜੀ ਆਊਟਪੁੱਟ ਨੈਕਸਟ ਪ੍ਰੋਸੈਸ ਨੂੰ ਜਾ ਰਹੀ ਹੈ 8000 ਯੂਨਿਟਸ ਹੈ ਕਿਉਂਕਿ ਉਹ ਕੰਪਲੀਟ ਹੈ 100%, ਉਹਨਾਂ ਤੇ ਸਾਰੀ ਮਟੀਰੀਅਲ, ਲੇਬਰ, ਓਵਰਹੈਡ 100% ਲੱਗਿਆ। ਤਾਂ ਪਰ ਯੂਨਿਟ ਕਾਸਟ ਕਿੰਨੀ ਆਊਗੀ 24.25। ਤੇ 8000 ਯੂਨਿਟਸ ਨੂੰ ਆਪਾਂ 24.25 ਨਾਲ ਮਲਟੀਪਲਾਈ ਕਰਾਂਗੇ ਤਾਂ ਟੋਟਲ ਜਿਹੜੀ ਆਊਟਪੁੱਟ ਟ੍ਰਾਂਸਫਰ ਹੋਈ ਆ ਉਹਦੀ ਵੈਲਿਊ ਆ ਜਾਏਗੀ 1,94,000। ਐਵੇਂ ਜਿਹੜੀ ਤੁਹਾਡੀ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੈ ਉਹਦੀ ਵੈਲਿਊ ਕੈਲਕੂਲੇਟ ਕਰਨ ਲਈ
ਉਹਦਾ ਆਪਾਂ ਨੂੰ ਪਤਾ ਹੈ ਕਿ ਇਕੁਇਵਲੈਂਟ ਯੂਨਿਟਸ ਤੁਹਾਨੂੰ ਦਿੱਤੇ ਹੋਏ ਆਪਾਂ ਕੈਲਕੂਲੇਟ ਕੀਤੇ ਆ। ਮਟੀਰੀਅਲ ਦੇ 2000, ਮਟੀਰੀਅਲ ਦੀ ਪਰ ਯੂਨਿਟ ਕਾਸਟ 10.75 ਜੋ ਕਿ ਐਵਰੇਜ ਹੈ, ਉਹ ਲੈ ਕੇ ਉਹਨੂੰ ਮਲਟੀਪਲਾਈ ਕਰ ਲਾਂਗੇ। ਸੇਮ ਵੇ ਲੇਬਰ, ਉਹਦੀਆਂ ਇਕੁਇਵਲੈਂਟ ਯੂਨਿਟਸ 1000 ਹੈ, 9 ਰੁਪਏ ਪਰ ਯੂਨਿਟ 9000, ਓਵरहेड 1000 ਯੂਨਿਟਸ 4.50 4500। ਤਾਂ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੀ ਵੈਲਿਊ ਇਹ ਆ ਗਈ ਆਪਣੇ ਕੋਲ 35000। ਤਾਂ ਹੁਣ ਇਹ ਫਿਗਰਸ ਐਵੇਂ ਹੀ ਆਪਾਂ ਪ੍ਰੋਸੈਸ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ। ਡੈਬਿਟ ਸਾਈਡ ਤੇ ਓਪਨਿੰਗ ਵਰਕ ਇਨ ਪ੍ਰੋਗਰੈਸ 2000, ਉਹਦੀ ਵੈਲਿਊ ਆਪਾਂ ਨੂੰ 12000 ਦਿੱਤੀ ਹੋਈ ਹੈ। ਮਟੀਰੀਅਲ 8000 ਯੂਨਿਟਸ ਲੱਗਿਆ ਜਿਹਦੀ ਵੈਲਿਊ 1 ਲੱਖ ਦਿੱਤੀ ਹੈ। ਲੇਬਰ ਦੀ ਵੈਲਿਊ 78000, ਓਵरहेड ਦੀ ਵੈਲਿਊ 39000। ਕ੍ਰੈਡਿਟ ਸਾਈਡ ਤੇ ਜਿਹੜੀਆਂ ਯੂਨਿਟਸ 8000 ਯੂਨਿਟਸ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਹੋਈਆਂ ਹੈ ਜਿਹਦੀ ਵੈਲਿਊ ਆਪਾਂ ਕੈਲਕੂਲੇਟ ਕੀਤੀ ਸੀ 1,94,000। ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੀ ਵੀ 2000 ਯੂਨਿਟਸ ਦੀ ਵੈਲਿਊ ਆਪਾਂ 35,000 ਕੈਲਕੂਲੇਟ ਕੀਤੀ ਹੈ। ਇਸ ਤਰ੍ਹਾਂ ਆਪਾਂ ਪ੍ਰੋਸੈਸ ਅਕਾਊਂਟ ਜਿਹੜਾ ਉਹ ਬਣਾ ਲਾਂਗੇ ਬਾਈ ਯੂਜ਼ਿੰਗ ਦ ਐਵਰੇਜ ਕਾਸਟ ਮੈਥਡ। ਥੈਂਕ ਯੂ।